everybody. Today we will discuss addition and subtraction in computer architecture. Before starting addition and subtraction, we will recall our syllabus that we have done till now. Computer architecture. We are discussing today addition and subtraction. I have already told you that what is actually computer architecture. Computer architecture includes the structure and the behavior of the computer system. Means that ਕਿ ਜਿਹੜਾ ਆਰਕੀਟੈਕਚਰ ਹੈ ਉਹ ਕਿਸ ਤਰ੍ਹਾਂ ਬਣਿਆ ਹੋਇਆ ਹੈ, ਸਟਰਕਚਰ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਤੇ ਹਰ ਇੱਕ ਕੰਪੋਨੈਂਟ ਜੋ ਕੰਪਿਊਟਰ ਦੇ ਉੱਤੇ ਹਾਰਡਵੇਅਰ ਜੋ ਲੱਗਾ ਹੋਇਆ ਹੈ ਉਹ ਕਿਸ ਤਰ੍ਹਾਂ ਵਰਕ ਕਰਦਾ ਹੈ। ਹੁਣ ਅਸੀਂ ਕੰਪਿਊਟਰ ਨੂੰ ਕੋਈ ਵੀ ਕਮਾਂਡ ਦੇ ਦਿੰਦੇ ਆ ਟੂ ਡੂ ਐਨੀਥਿੰਗ। ਸਪੋਜ਼ ਕਰੋ ਮੈਂ ਉਹਨੂੰ ਕਮਾਂਡ ਦੇ ਦਿੱਤੀ ਕਿ ਦੋ ਨੰਬਰਸ ਨੂੰ ਐਡ ਕਰੋ, ਐਡ ਟੂ ਨੰਬਰਸ, ਦੈਨ ਹਾਊ ਕੈਨ ਇਟ ਐਡ ਟੂ ਨੰਬਰਸ? means you have only given two numbers A and B, it will display the result, but background ਤੇ ਉੱਥੇ ਕੀ ਹੋ ਰਿਹਾ ਹੈ, ਸਰਕਟ ਦੇ ਵਿੱਚ ਕੀ ਚੱਲ ਰਿਹਾ ਹੈ, ਜਿਸ ਤਰ੍ਹਾਂ ਜਿਹਨੇ ਐਡੀਸ਼ਨ ਕਰਕੇ ਸਾਨੂੰ ਰਿਜ਼ਲਟ ਡਿਸਪਲੇ ਕਰਾਇਆ। ਸੋ ਅਸੀਂ ਇਹ ਡਿਸਕਸ ਕਰਨਾ ਹੈ ਅੱਜ ਕੰਪਿਊਟਰ ਆਰਕੀਟੈਕਚਰ ਦਾ ਪਾਰਟ। ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਹਾਰਡਵੇਅਰ ਕੀ ਲੱਗੇ ਹੁੰਦੇ ਆ ਕੰਪਿਊਟਰ ਦੇ ਵਿੱਚ, ਉਹ ਕਿਸ ਤਰ੍ਹਾਂ ਕੰਮ ਕਰਦੇ ਆ, ਉਹਨਾਂ ਦੀ ਫੰਕਸ਼ਨਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ। ਅਤੇ ਅੱਜ ਅਸੀਂ ਪੜ੍ਹਾਂਗੇ ਕਿ ਜੇ ਅਸੀਂ ਐਡੀਸ਼ਨ ਜਾਂ ਸਬਟਰੈਕਸ਼ਨ ਕੰਪਿਊਟਰ ਤੋਂ ਕਰਾਉਂਦੇ ਹਾਂ ਉਹ ਕਿਸ ਤਰ੍ਹਾਂ ਸਾਨੂੰ ਰਿਸਪੌਂਡ ਕਰਦਾ ਹੈ, ਅਸੀਂ ਉਹਨੂੰ ਕਿਸ ਤਰ੍ਹਾਂ ਦੀ ਵੈਲਿਊ ਦਿੰਦੇ ਹਾਂ ਅਤੇ ਉਹ ਸਾਨੂੰ ਕਿਸ ਤਰ੍ਹਾਂ ਦੀ ਵੈਲਿਊ ਸਾਨੂੰ ਰਿਜ਼ਲਟ ਵਿੱਚ ਡਿਸਪਲੇ ਕਰਾਉਂਦਾ ਹੈ। ਹੁਣ ਸਾਨੂੰ ਸਭ ਨੂੰ ਪਤਾ ਹੈ, ਅਸੀਂ ਡਿਜੀਟਲ ਇਲੈਕਟ੍ਰੋਨਿਕਸ ਸਟੱਡੀ ਕਰ ਚੁੱਕੇ ਹਾਂ। ਡਿਜੀਟਲ ਇਲੈਕਟ੍ਰੋਨਿਕਸ ਅਸੀਂ ਕਿਉਂ ਪੜ੍ਹੀ ਸੀ? ਬਿਕੋਜ਼ ਕੰਪਿਊਟਰ ਅੰਡਰਸਟੈਂਡਸ ਓਨਲੀ ਡਿਜੀਟਲ ਵੈਲਿਊਜ਼। डिजिटल वैल्यूज़ मीनस 0 एंड 1 मीनस 2 वैल्यूज़। ਅਸੀਂ ਹੁਣ ਕੰਪਿਊਟਰ ਨੂੰ 5-6 ਕੋਈ ਵੀ ਵੈਲਿਊ ਦੇ ਦਿੱਤੀ, ਉਹਨੇ ਰਿਜ਼ਲਟ ਸਾਨੂੰ ਡਿਸਕ੍ਰਾਈਬ ਕਰਕੇ ਦੇਣਾ 11, ਬਟ 5 ਔਰ 6 ਉਹਨੂੰ ਨਹੀਂ ਪਤਾ ਕਿ ਵਾਟ ਇਜ਼ ਦ ਐਕਚੁਅਲੀ 5 ਨੰਬਰ ਐਂਡ 6 ਨੰਬਰ। ਇਟ ਵਿਲ ਕਨਵਰਟ ਦੈਟ ਆਲ ਨੰਬਰਸ ਇਨਟੂ ਦ ਬਾਈਨਰੀ ਨੰਬਰਸ, ਡਿਜੀਟਲ ਨੰਬਰਸ। ਇਸ ਲਈ ਅਸੀਂ ਡਿਜੀਟਲ ਇਲੈਕਟ੍ਰੋਨਿਕਸ ਪੜ੍ਹੀ ਸੀ ਕਿ ਸਾਨੂੰ ਪਤਾ ਲੱਗ ਜਾਏ ਕਿ ਕੰਪਿਊਟਰ ਆਪਣੇ ਜਿਹੜੇ ਅਸੀਂ ਨੰਬਰਸ ਉਹਨੂੰ ਦਿੰਦੇ ਹਾਂ, ਕੋਈ ਡਿਜਿਟ ਉਹਨੂੰ ਦਿੰਦੇ ਹਾਂ, ਉਹ ਬਾਈਨਰੀ ਕਨਵਰਜਨ ਕਰਕੇ ਉਹਨਾਂ ਨੂੰ ਕਿਵੇਂ ਅੰਡਰਸਟੈਂਡ ਕਰਦਾ ਹੈ। ਹੁਣ ਸਿੰਪਲੀ ਅਸੀਂ ਪਹਿਲਾਂ ਇਹੀ ਰੀਕਾਲ ਕਰਾਂਗੇ ਕਿ ਦੋ ਨੰਬਰਸ ਨੂੰ ਅਸੀਂ ਕਿਵੇਂ ਐਡ ਕਰਦੇ ਹਾਂ ਅਤੇ ਕਿਵੇਂ ਉਹਦਾ ਰਿਜ਼ਲਟ ਆਉਂਦਾ ਹੈ, ਕਿਵੇਂ ਸਬਟਰੈਕਸ਼ਨ ਕਰਦੇ ਹਾਂ ਅਤੇ ਕਿਵੇਂ ਉਹਦਾ ਰਿਜ਼ਲਟ ਆਉਂਦਾ ਹੈ, ਅਤੇ ਹਾਰਡਵੇਅਰ ਸਰਕਟਸ ਕੀ ਲੱਗੇ ਹੋਏ ਹੁੰਦੇ ਨੇ ਜਿਹੜੇ ਸਾਨੂੰ ਕੰਪਿਊਟਰ ਦੇ ਵਿੱਚ ਇਹ ਐਡੀਸ਼ਨ ਅਤੇ ਸਬਟਰੈਕਸ਼ਨ ਕਰਨ ਵਿੱਚ ਹੈਲਪ ਕਰਦੇ ਨੇ। ਨਾਓ signed and unsigned additions. Signed and unsigned numbers, you all are aware what are the signed and unsigned number. Unsigned number ਜਿਨ੍ਹਾਂ ਦੇ ਅੱਗੇ ਕੋਈ ਸਾਈਨ ਨਹੀਂ ਲੱਗਿਆ ਹੁੰਦਾ ਹੈ, obviously that are positive numbers. Signed numbers ਜਿਨ੍ਹਾਂ ਦੇ ਅੱਗੇ ਕੋਈ ਸਾਈਨ ਲੱਗਿਆ ਹੋਇਆ ਹੋਵੇ, means ਇੱਕ ਪੋਜ਼ਿਟਿਵ ਹੋ ਗਿਆ ਜਾਂ ਇੱਕ ਨੈਗੇਟਿਵ ਹੋ ਗਿਆ ਜਾਂ ਦੋਨੋਂ ਨੈਗੇਟਿਵ ਨੰਬਰਸ ਹੋ ਗਏ। ਠੀਕ ਹੈ, ਫਸਟ ਆਫ ਆਲ we will do unsigned addition in 4-bit arithmetic. Unsigned, look at the values. ਸਾਡੇ ਕੋਲ ਆ values ਨੇ binary numbers. I have taken the example of the binary numbers because computer understands only binary digits. Now suppose I am having two numbers 1011 and 0011. ਕੀ ਤੁਸੀਂ ਇਹਨੂੰ ਐਡ ਕਰ ਸਕਦੇ ਹੋ? We have already done digital electronics. Do by yourself. I am doing with you. ਮੈਂ ਵੀ ਤੁਹਾਡੇ ਨਾਲ ਕਰੂੰਗੀ, ਤੁਸੀਂ ਵੀ ਮੇਰੇ ਨਾਲ ਕਰੋ। ਹੁਣ now when you add 1 1, what will be the result? It will be 0 and 1, there will be a carry. 1 plus 1 is equal to 0 and there is 1 carry. Now again what will be the result? We are having triple ones now. 1 plus 1 plus 1. Again the result will be 1 and 1 carry. Do you know all about this? ਅਸੀਂ ਕਿਵੇਂ ਐਡੀਸ਼ਨ ਕਰ ਰਹੇ ਹਾਂ, ਕੰਪਿਊਟਰ ਕਿਵੇਂ ਐਡ ਕਰ ਰਿਹਾ। ਅਸੀਂ ਉਹਨੂੰ ਦੋ ਨੰਬਰ ਦਿੱਤੇ ਕੋਈ ਵੀ, ਉਹਨੇ ਉਹਨਾਂ ਦੀ ਬਾਈਨਰੀ ਕਨਵਰਜਨ ਕੀਤੀ, ਫਿਰ ਉਹ ਉਹਨਾਂ ਨੂੰ ਐਡ ਕਰ ਰਿਹਾ। ਐਡ ਵੈਲਿਊਜ਼ ਆਰ 1 plus 1 is equal to 0 and 1 carry. Whenever we are having triple ones, then 1 plus 1 0 and again 1 0 plus 1 1 and 1 carry remains still. And again now we are having 1 0 0. Result will be what? 1. Again you have seen. Now 1 plus 0. It is again, you can see that is this. Means the result of 11 plus 3 is equal to 14. You can check the values. Means whenever we add the numbers, we add by this way in on our copies. Computer also adds the numbers in the similar manner. Look at this. You have done the binary addition of unsigned numbers. Note down the concept overflow. What do you mean by overflow? Overflow means again the carry concept. Whenever we add two numbers and we are having a carry, then we said it is overflowing. And suppose I am having this 7-digit numbers and I am having at last 1 carry. This is said as an overflow. ਕਿ ਸਾਡੀਆਂ ਜਿਹੜੀਆਂ ਵੈਲਿਊਜ਼ ਨੇ, ਸਾਡੇ ਕੋਲ ਜੇ 7 ਡਿਜਿਟ ਦਾ ਨੰਬਰ ਸੀਗਾ, ਜਦੋਂ ਸਾਡੇ ਕੋਲ ਰਿਜ਼ਲਟ ਓਬਟੇਨ ਹੋ ਗਿਆ ਉਹ 8 ਡਿਜਿਟ ਦਾ ਬਣ ਗਿਆ। ਸੋ ਦੈਟ 1 is called as an overflow. In 8-bit
2's complement. Note down this concept, 2's complement. I'll just tell you in this presentation. In 8 bits 2's complement notation, the range that can be represented is -127 to +127. Note down this. Then the operation to add plus 70 to plus 80 is, how can you add 70 plus 80? You can do on your copies, but computer does it what? It converts this 70 into binary numbers, 80 into binary numbers, then do addition like 0 plus 0 is equal to 0, again 1 plus 0 1, 1 plus 0 1, 0 plus 0 0, again 0 plus 1 is 1, again 0 plus 0 0. Now look at this, 1 plus 1 0 and 1 overflow is there. Now our resultant is 150. You can check the you can convert this binary number into your decimal number. It will display you 150. Have you done this? Now how can you handle the overflowing if it happens? In signed arithmetic, an overflow happens when? कदों overflow occur ਹੁੰਦਾ है? Note down कदों ਹੁੰਦਾ है? Number 1 is the sum of two positive numbers exceeds the maximum positive value that can be represented using n bits. ਹੁਣੀ ਮੈਂ ਤੁਹਾਨੂੰ ਦੱਸਿਆ ਸੀ ਜੇ ਸਾਡਾ 7 ਡਿਜਿਟ ਦਾ ਨੰਬਰ ਸੀ, ਸਾਡੇ ਕੋਲ ਲਾਸਟ ਵਿੱਚ 8 ਡਿਜਿਟ ਦਾ ਰਿਜ਼ਲਟ ਆ ਗਿਆ, ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਓਵਰਫਲੋ ਆਕਰ ਹੋ ਗਿਆ। ਇਹਨੂੰ ਅਸੀਂ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ? 2 raised to power n minus 1 minus 1. And second one is the sum of two negative numbers. Again ਜੇ ਸਾਡੇ ਕੋਲ ਦੋ ਨੈਗੇਟਿਵ ਨੰਬਰ ਨੇ, ਅਸੀਂ ਫਿਰ ਐਡੀਸ਼ਨ ਹੀ ਕਰਨੀ ਹੈ, ਪਰ ਸਾਈਨ ਕੀ ਹੋਏਗਾ? ਇਟ ਵਿਲ ਬੀ ਰਿਮੇਨ ਨੈਗੇਟਿਵ. The sum of two negative numbers falls below the minimum negative value that can be represented using n bits, and we can represent it by minus 2 raised to power n minus 1. Note down this how we can describe. ਇੱਕ ਤਾਂ ਹੋ ਸਕਦਾ ਹੈ ਕਿ ਸਾਡੇ ਕੋਲ ਪੋਜ਼ਿਟਿਵ ਨੰਬਰਸ ਹੋਣ ਦੋਨੋਂ, ਉਦੋਂ ਸਾਡੇ ਕੋਲ ਓਵਰਫਲੋ ਹੋਕਰ ਹੋ ਗਿਆ, ਜਾਂ ਦੋਨੋਂ ਨੈਗੇਟਿਵ ਨੰਬਰਸ ਹੋਣ ਉਦੋਂ ਓਵਰਫਲੋ ਹੋਕਰ ਹੋ ਸਕਦਾ ਹੈ। ਜਦੋਂ ਦੋਨੋਂ ਨੈਗੇਟਿਵ ਨੰਬਰ ਹੋਣ ਰਿਜ਼ਲਟੈਂਟ ਸਾਡਾ ਨੈਗੇਟਿਵ ਹੀ ਆਏਗਾ, ਤੇ ਅਸੀਂ ਉਹਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ? 2 raised to power n minus 1 with signed integer value that is minus. Again now this was only addition. ਹੁਣ ਜੇ ਅਸੀਂ ਕੰਪਿਊਟਰ ਦੇ ਵਿੱਚ ਸਬਟ੍ਰੈਕਸ਼ਨ ਕਰਨੀ ਹੋਵੇ ਅਸੀਂ ਕਿਵੇਂ ਕਰ ਸਕਦੇ ਹਾਂ? 2's complement concept ਤੁਸੀਂ ਸੁਣਿਆ ਹੋਣਾ। 2's complement concept ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੋਲ ਜੇ ਕੋਈ ਨੰਬਰ ਆ ਜਾਂਦਾ ਹੈ, ਕੋਈ ਡਿਸਪਲੇ ਹੋ ਜਾਂਦਾ ਹੈ, ਅਸੀਂ ਦੋ ਨੰਬਰ ਲੈ ਜਾਂਦੇ ਹਾਂ, ਅਸੀਂ ਉਹਨਾਂ ਨੂੰ ਸਬਟ੍ਰੈਕਸ਼ਨ ਕਰਨੀ ਹੈ, ਤਾਂ ਅਸੀਂ ਇੱਕ ਨੰਬਰ ਜਿਹੜਾ ਸਾਡਾ ਨੈਗੇਟਿਵ ਨੰਬਰ ਹੈ ਉਹਦਾ ਅਸੀਂ 2's complement ਲੈ ਕੇ ਉਹਨੂੰ ਫਸਟ ਨੰਬਰ ਦੇ ਵਿੱਚ ਐਡ ਕਰ ਦਿੰਦੇ ਹਾਂ। I just show you how we do this 2's complement. But how do you represent a minus sign electronically in a computer? ਹੁਣ ਇਹ ਸਾਡੀ ਪ੍ਰੋਬਲਮ ਆ ਗਈ ਕਿ ਕੰਪਿਊਟਰ ਦਾ ਅਸੀਂ ਹਾਰਡਵੇਅਰ ਸਰਕਟ ਪੜ੍ਹਦੇ ਪਏ ਹਾਂ, ਅਸੀਂ ਡਿਸਕਸ ਕਰ ਰਹੇ ਹਾਂ, ਬਟ ਜੇ ਸਾਡੇ ਕੋਲ -2 -5 ਆ ਗਿਆ, ਅਸੀਂ 5 7 ਦਾ ਅਸੀਂ ਇੱਦਾਂ ਹੀ ਡਿਸਕਰਾਈਬ ਕਰ ਦਿੰਦੇ ਹਾਂ, ਬਟ ਜੇ -5 -7 ਕੋਈ ਐਵੇਂ ਦਾ ਨੰਬਰ ਆਉਂਦਾ ਅਸੀਂ ਉਹਨੂੰ ਕੰਪਿਊਟਰ 'ਚ ਕਿਵੇਂ ਰਿਪਰੈਜ਼ੈਂਟ ਕਰਾਂਗੇ? ਉਹਦੇ ਵਾਸਤੇ ਵੀ ਆਰ ਹੈਵਿੰਗ ਦਿਸ ਪ੍ਰੈਜੈਂਟੇਸ਼ਨ. How can you represent it such that arithmetic operations are manageable? ਹੁਣ ਸਾਡੇ ਲਈ ਪ੍ਰੋਬਲਮ ਹੈ ਕਿ ਅਸੀਂ ਨੈਗੇਟਿਵ ਨੰਬਰ ਨੂੰ ਕਿਵੇਂ ਰਿਪਰੈਜ਼ੈਂਟ ਕਰਾਂਗੇ? Now there are two types of complements for each number base system. ਹੁਣ ਸਾਡੇ ਕੋਲ ਨੰਬਰ ਬੇਸ ਹੁੰਦੇ, base 2 base 8, ਜਿੰਨੇ ਬੇਸ ਦਾ ਸਾਡਾ ਹੋਵੇ ਨੰਬਰ ਅਸੀਂ ਉਹਦਾ ਕੰਪਲੀਮੈਂਟ ਲੈ ਲੈਂਦੇ ਹਾਂ. Have the r's complement and have the r minus 1's complement. Clear? I tell you, suppose karo we are having base 2 numbers. For base 2 have 2's complement and 1's complement. ਅਸੀਂ 1's complement ਲੈਨੇ ਆ, ਫਿਰ 2's complement ਲੈਨੇ ਆ. 2's complement 1's complement ਲੈਣ ਤੋਂ ਬਾਅਦ ਵਿੱਚ ਹੀ ਲਿਆ ਜਾਂਦਾ ਹੈ, ਠੀਕ ਹੈ? Now 1's complement, ਹੁਣ obviously ਇਹ ਸਾਡੇ ਕੋਲ ਕੋਈ ਨੈਗੇਟਿਵ ਨੰਬਰ ਹੈ, -7 ਹੈ, ਮੈਂ ਉਹਨੂੰ ਪੋਜ਼ਿਟਿਵ 7 ਬਣਾਉਣਾ ਹੈ, ਜਾਂ 4 ਹੈ ਉਹਨੂੰ ਮੈਂ ਪੋਜ਼ਿਟਿਵ 4 ਬਣਾਉਣਾ ਹੈ -4 ਤੋਂ, ਤਾਂ ਮੈਂ ਕੀ ਕਰੂੰਗੀ? I have to take 1's complement of that number and after that I have to take 2's complement. ਅਸੀਂ 2's complement ਕਿਵੇਂ ਲੈਨੇ ਆ? 1's complement ਲੈ ਕੇ +1. I tell you 1's complement ਅਸੀਂ ਕਿਵੇਂ ਲੈਨੇ ਆ? 1's complement of n is defined as, note down, 2 raised to power n minus 1 minus n. Suppose if we are having n is equal to 4, number of bits are 4, have 2 raised to power n minus 1 being 0 0 0 0 like this, and minus 1 it will give us the value 1 1 1 1. Now so for n is equal to 4,
would subtract any 4-bit binary number from this one. ਤੁਸੀਂ ਕੋਈ ਵੀ 4-digit number ਇਹਦੇ ਵਿੱਚੋਂ subtract ਕਰ ਸਕਦੇ ਹੋ because it is the largest number of 4-digit numbers. This is just inverting bit, each bit means ਕਿ ਤੁਸੀਂ ਹਰੇਕ bit ਨੂੰ invert ਕਰਤਾ 0 0 0 ਨੂੰ 1 1 1 1 ਦੇ ਵਿੱਚ convert ਕਰਤਾ. Again we can take an example of ones complement. Ones complement means डायरैक्टली और इनडायरैक्टली वी कैन से दैट कि असी बिट्स ਨੂੰ ਇਨਵਰਟ ਕਰ ਰਹੇ ਹਾਂ, ਅਸੀਂ ਬਿट्स ਨੂੰ ਉਲਟਾ ਕਰ ਰਹੇ ਹਾਂ। ਜੇ ਸਾਡੇ ਕੋਲ 0 ਹੈ ਅਸੀਂ ਉਹਨੂੰ 1 ਕਰ ਦੇਣਾ, ਜੇ 1 ਹੈ ਤਾਂ ਅਸੀਂ ਉਹਨੂੰ 0 ਕਰ ਦੇਣਾ। ਲਾਈਕ ਦਿਸ ਯੂ ਕੈਨ ਸੀ ਦਿਸ 1 0 1 1 0 0 1। ਹੁਣ ਜੇ ਅਸੀਂ ਇਹਦਾ ਵਨਸ ਕੰਪਲੀਮੈਂਟ ਲਵਾਂਗੇ ਤਾਂ ਕੀ ਆਊਗਾ? ਡੂ ਇਟ ਔਨ ਯੂਰ ਨੋਟਬੁੱਕਸ। ਇਹਦਾ ਵਨਸ ਕੰਪਲੀਮੈਂਟ ਆਏਗਾ, ਓਬਵੀਅਸ ਜੀ ਗੱਲ ਹੈ 1 ਨੂੰ 0 0 ਨੂੰ 1 ਅਗੇਨ 0 ਨੂੰ 1 ਫਿਰ 1 ਨੂੰ 0 1 0 ਫਿਰ 0 ਨੂੰ 1 and 1 ਨੂੰ 0। Clear? Ones complement means to invert each bit. Invert each bit means bit ਦੀ value ਨੂੰ change ਕਰ ਦੇਣਾ। ਜੇ 1 ਹੈ ਤਾਂ 0, ਜੇ 0 ਹੈ ਤਾਂ 1। This is called as ones complement of a binary number. Now, twos complement. Twos complement ਕੀ ਕਹਿੰਦਾ ਹੈ? ਹੁਣ ਇਹ ਨਹੀਂ ਹੈ ਕਿ ਉਹਨੂੰ ਦੁਬਾਰਾ ਫਿਰ ਤੁਸੀਂ ਉਹਨੂੰ invert ਕਰ ਦਿਓ, ਉਹ ਤਾਂ ਫਿਰ ਸਾਡੇ ਕੋਲ ਉਹੀ ਨੰਬਰ ਬਣ ਜਾਏਗਾ। Twos complement means ਜੋ ਅਸੀਂ ones complement ਲਿਆ ਸੀ ਉਹਦੇ ਵਿੱਚ we have to add 1. The twos complement can be defined as 2 raised to power n minus n means can be done by subtraction of n from 2 raised to power n or adding 1 to the ones complement of a number। ਜਦੋਂ ਅਸੀਂ ਨੰਬਰ ਦਾ 1 ਦੋ ਵੇਜ਼ ਨੇ, ਜਾਂ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ 2 raised to power n minus your number or you can take the ones complement। usually ਅਸੀਂ ਆਹੀ यूज़ ਕਰਦੇ ਹਾਂ ਕਿ ones complement to add 1 into the ones complement। ਅਸੀਂ ones complement ਲੈ ਲਿਆ ਹੈ। ones complement ਕੀ ਕਹਿੰਦਾ ਹੈ ਕਿ ਜੋ ਸਾਡੇ ਕੋਲ ਬਾਈਨਰੀ ਨੰਬਰ ਹੈ ਉਹਦਾ ਅਸੀਂ ਆਪੋਜ਼ਿਟ ਕਰ ਲੈਣਾ, ਇਨਵਰਟ ਕਰ ਲੈਣਾ ਹਰ ਇੱਕ ਬਿਟ ਨੂੰ। ਇਨਵਰਟ ਕਰਨ ਤੋਂ ਬਾਅਦ we will add 1 value, so the resultant will be called as 2's complement of the binary number। Like take this example, for example suppose you want to take the complement of 6, that is 6 ਦੀ binary value ਕਿੰਨੀ ਹੁੰਦੀ ਹੈ? ਕੱਢ ਲਓ ਆਪਣੀ ਆਪਣੀ ਕਾਪੀਜ਼ ਤੇ, that is 0 1 1 0। I tell you the binary value of 6 is this। Now you have to take the ones complement of this value। ones complement ਕੀ ਕਰੇਗਾ? ਹਰ ਇੱਕ ਬਿਟ ਨੂੰ ਅਸੀਂ ਇਨਵਰਟ ਕਰ ਦੇਣਾ ਹੈ। 0 ਤੋਂ 1 1 ਤੋਂ 0 1 ਤੋਂ 0 ਤੇ ਅਗੇਨ ਫਿਰ 0 ਤੋਂ 1। this is called as ones complement। ਹੁਣ ਅਸੀਂ 2's complement ਲੈਣਾ। ਹੁਣੀ ਤੁਹਾਨੂੰ ਦੱਸਿਆ ਸੀ 2's complement ਲੈਣ ਲਈ ਅਸੀਂ ਕੀ ਕਰਦੇ ਹਾਂ, ਅਸੀਂ ਫਿਰ ਇਹਦੀ ਕੰਪਲੀਮੈਂਟ ਨਹੀਂ ਲੈ ਲੈਂਦੇ। ਅਸੀਂ ਕੀ ਕਰਾਂਗੇ, ਜੋ ਸਾਡਾ ones complement ਆਇਆ ਹੈ ਅਸੀਂ ਉਹਦੇ ਵਿੱਚ +1 ਕਰਾਂਗੇ। like 1 plus 1 is equal to 0, 1 carry and 1 plus 0 is equal to 1, again 0 0 1 1, that is 1 0 1 0 is the 2's complement of 6 means ਜੇ 6 ਸਾਡਾ ਨੈਗੇਟਿਵ ਸੀ, ਹੁਣ ਉਹਦੀ ਵੈਲਿਊ ਆ ਸੀ ਤਾਂ ਹੁਣ ਸਾਡਾ 6 ਪੋਜ਼ਿਟਿਵ ਹੋ ਗਿਆ ਜਿਹਦੀ ਵੈਲਿਊ 1 0 1 0 ਹੈ। ਤੇ ਜਿਹੜੀ ਲੀਸਟ ਸਿਗਨੀਫੀਕੈਂਟ ਬਿਟ ਹੁੰਦੀ ਹੈ ਉਹ ਸਾਡੀ ਡਿਫਾਈਨ ਮੋਸਟ ਸਿਗਨੀਫੀਕੈਂਟ ਬਿਟ ਹੁੰਦੀ ਹੈ ਉਹ ਸਾਡੀ ਡਿਫਾਈਨ ਕਰ ਦਿੰਦੀ ਹੈ। ਜੇ ਉਹ 1 ਹੈ ਮੀਨਸ ਨੰਬਰ ਇਜ਼ ਨੈਗੇਟਿਵ, ਜੇ ਉਹ 0 ਹੈ ਮੀਨਸ ਨੰਬਰ ਇਜ਼ ਪੋਜ਼ਿਟਿਵ। ਕਲੀਅਰ? ਅਸੀਂ ਕਿਵੇਂ 2's complement ਲੈਣੇ ਆ? ਪਹਿਲਾਂ 1's complement ਲੈ ਲਿਆ, ਉਸ ਤੋਂ ਬਾਅਦ ਅਗੇਨ ਵੀ ਹੈਵ ਟੂ ਐਡ 1 ਐਂਡ ਦ ਰਿਜ਼ਲਟੈਂਟ ਇਜ਼ ਕਾਲਡ ਐਜ਼ ਅ 2's complement ਆਫ ਦੈਟ ਨੰਬਰ। ਹੁਣ ਓਬਵੀਅਸ ਦੀ ਗੱਲ ਹੈ ਜੇ ਮੇਰੇ ਕੋਲ ਨੰਬਰ ਹੋਵੇ 5 - 6 ਜਾਂ 9 - 6 ਮੀਨ 6 ਇਜ਼ ਨੈਗੇਟਿਵ, ਅਸੀਂ ਸਬਟ੍ਰੈਕਸ਼ਨ ਨਹੀਂ ਕਰਦੇ, ਅਸੀਂ ਕੀ ਕਰਦੇ ਹਾਂ 6 ਦਾ 2's complement ਲੈ ਲੈਂਦੇ ਹਾਂ। 2's complement ਲੈ ਕੇ ਆ ਵੈਲਿਊ ਆ ਗਈ ਸਾਡੇ ਕੋਲ, ਅਸੀਂ ਉਹਨੂੰ ਜਿਹੜਾ ਸਾਡਾ 9 8 6 ਕੋਈ ਵੀ ਨੰਬਰ ਹੈ ਉਹਦੇ ਵਿੱਚ ਪਲੱਸ ਕਰ ਦਿੰਦੇ ਹਾਂ ਤਾਂ ਜੋ ਸਾਡਾ ਰਿਜ਼ਲਟ ਆਉਂਦਾ ਦੈਟ ਇਜ਼ ਕਾਲਡ ਐਜ਼ ਅ ਸਬਟ੍ਰੈਕਸ਼ਨ ਆਫ ਦੈਟ 2 ਨੰਬਰਸ। ਆਈ ਵਿਲ ਜਸਟ ਸ਼ੋ ਯੂ। ਹੁਣ ਇਹਦੇ ਵਿੱਚ ਓਵਰਫਲੋ ਅਕਰ ਹੋ ਸਕਦਾ ਹੈ when adding 2 n bit numbers it is possible to get a n plus 1 bit result if there is a carry out। ਜਦੋਂ ਅਸੀਂ ਐਡ ਕਰਦੇ ਹਾਂ ਸਾਡੇ ਕੋਲ ਹਮੇਸ਼ਾ ਪ੍ਰੋਬੇਬਿਲਿਟੀ ਹੁੰਦੀ ਹੈ ਕਿ ਸਾਡੇ ਕੋਲ ਓਵਰਫਲੋ ਅਕਰ ਹੋ ਸਕਦਾ ਹੁੰਦਾ ਹੈ। ਓਵਰਫਲੋ ਕੀ ਹੁੰਦਾ ਹੈ? ਜਦੋਂ ਸਾਡੇ ਕੋਲ n ਬਿਟਸ ਨੇ, ਸਪੋਜ਼ 4 ਬਿਟਸ ਨੇ ਬਟ ਮੇਰਾ ਜਿਹੜਾ ਰਿਜ਼ਲਟ ਆਬਟੇਨ ਹੋਇਆ ਉਹ 5 ਬਿਟਸ ਦਾ ਹੋ ਗਿਆ, ਸੋ ਇਟ ਇਜ਼ ਕਾਲਡ ਐਜ਼ ਓਵਰਫਲੋ। ਸਾਡੇ ਲਈ ਕਾਪੀਜ਼ 'ਤੇ ਕਰਨਾ ਇਟ ਇਜ਼ ਵੈਰੀ ਈਜ਼ੀ, ਬਟ ਜਦੋਂ ਅਸੀਂ ਕੰਪਿਊਟਰ 'ਤੇ ਕਰਾਂਗੇ ਕੰਪਿਊਟਰ ਕੀ ਅੰਡਰਸਟੈਂਡ ਕਰੇਗਾ ਜੋ ਮੈਂ ਤੁਹਾਨੂੰ ਹੁਣੀ ਦੱਸਿਆ ਸੀ ਕਿ ਇਨ 2's complement ਐਡ ਏ ਮੋਸਟ ਸਿਗਨੀਫਿਕੈਂਟ 0। ਜੇ ਸਾਡੀ 0 ਹੈ ਲਾਸਟ ਮੋਸਟ ਸਿਗਨੀਫਿਕੈਂਟ ਬਿਟ ਤਾਂ ਦੈਟ ਇਜ਼ ਅ ਪੋਜ਼ਿਟਿਵ ਨੰਬਰ। ਜੇ ਮੋਸਟ ਸਿਗਨੀਫਿਕੈਂਟ 1 ਹੈ ਬਿਟ ਤਾਂ ਅਸੀਂ ਉਹਨੂੰ ਕੀ ਕਵਾਂਗੇ ਦੈਟ ਇਜ਼ ਅ ਨੈਗੇਟਿਵ ਨੰਬਰ। ਚਾਹੇ ਅਸੀਂ ਐਡੀਸ਼ਨ ਕੀਤੀ ਹੈ ਚਾਹੇ ਅਸੀਂ ਸਬਟ੍ਰੈਕਸ਼ਨ ਕੀਤੀ ਹੈ, ਬਟ ਜੇ ਸਾਡੀ ਲਾਸਟ ਬਿਟ ਸਾਡੀ 1 ਆ ਗਈ ਹੈ ਦੈਟ ਵਿਲ ਰਿਪਰੈਜ਼ੈਂਟ ਐਜ਼ ਅ ਨੈਗੇਟਿਵ ਨੰਬਰ ਬਾਈ ਟੇਕਿੰਗ 2's complement ਓਨਲੀ। Clear? Now
ਸਾਈਨਡ ਅਰਿਥਮੈਟਿਕ, ਇਹ ਤਾਂ ਸਾਰੇ ਅਸੀਂ ਹੁਣ ਪੜ੍ਹੇ ਸੀਗੇ ਅਨਸਾਈਨਡ ਵਾਲੇ। ਹੁਣ ਓਵਰਫਲੋ ਅਸੀਂ ਦੇਖ ਲਿਆ, ਅਸੀਂ ਟੂਜ਼ ਕੰਪਲੀਮੈਂਟ ਦੇਖ ਲਿਆ ਕਿ ਜੇ ਸਾਡੇ ਕੋਲ ਨੈਗੇਟਿਵ ਨੰਬਰ ਹੋਵੇ ਤਾਂ ਅਸੀਂ ਉਹਦਾ ਟੂਜ਼ ਕੰਪਲੀਮੈਂਟ ਕਿਵੇਂ ਲੈਣਾ। ਹੁਣ ਜੇ ਸਾਡੇ ਕੋਲ ਆਹ ਵੈਲਿਊ ਯੂ ਹੈਵ ਗਿਵਨ ਟੂ ਦਾ ਕੰਪਿਊਟਰ, ਤੇ ਕੰਪਿਊਟਰ ਉਹਨੂੰ ਕੀ ਕਰੇਗਾ। ਨਾਓ ਕੰਪਿਊਟਰ ਕੀ ਕਰੇਗਾ, ਉਹਦਾ ਬਾਈਨਰੀ ਨੰਬਰ ਲਏਗਾ। ਬਾਈਨਰੀ ਨੰਬਰ ਲੈ ਕੇ ਅਸੀਂ ਕੀ ਕਰਾਂਗੇ, ਸਾਡੇ ਕੋਲ 2 ਹੈ, 2 ਦਾ ਕੀ ਕਰਾਂਗੇ ਅਸੀਂ, ਨੈਗੇਟਿਵ ਨੰਬਰ ਹੈ 2 ਦਾ, ਅਸੀਂ ਟੂਜ਼ ਕੰਪਲੀਮੈਂਟ ਲੈ ਲਾਂਗੇ। ਟੂਜ਼ ਕੰਪਲੀਮੈਂਟ ਲੈ ਕੇ ਅਸੀਂ ਉਹਦੀ ਵੈਲਿਊ ਨੂੰ 3 'ਚ ਐਡ ਕਰਾਂਗੇ, ਤੇ ਜੋ ਸਾਡਾ ਰਿਜ਼ਲਟ ਆਏਗਾ ਦੈਟ ਵਿਲ ਬੀ ਅ ਕਰੈਕਟ ਰਿਜ਼ਲਟ। ਕਲੀਅਰ, ਇਹ ਹੁਣ ਤੁਸੀਂ ਆਪ ਹੀ ਕਰ ਲੈਣਾ, ਮੈਂ ਐਕਸਪਲੇਨ ਨਹੀਂ ਕਰੂੰਗੀ। ਨਾਓ -2 + 3 ਇਜ਼ ਇਕੁਅਲ ਟੂ, take 2's complement I have taken here of 2 and 3 is as it is. Now add the values of 2's complement plus 3's binary number and resultant will be your 0001. Clear, means the binary number of 1. This is the signed arithmetic. Now again we can take another example. You want to add 4 and having 6. ਅਸੀਂ 6 ਦਾ ਹੁਣੀ 2's complement ਲਿਆ ਸੀ, ਕੀ ਆਇਆ ਸੀ, that was 1010. I can just show you now. ਅਸੀਂ ਹੁਣੀ ਲਿਆ ਸੀ 6 ਦਾ 2's complement, 6 ਦਾ 1's complement ਲੈ ਕੇ ਉਹਦੇ ਵਿੱਚ ਜਦੋਂ ਅਸੀਂ +1 ਕੀਤਾ ਤਾਂ ਸਾਡੇ ਕੋਲ ਰਿਜ਼ਲਟ ਕੀ ਆਇਆ, 1010। ਹੁਣ ਜੇ -6 ਸੀ ਤਾਂ ਇਟ ਵਿਲ ਰਿਪਰੈਜ਼ੈਂਟ ਐਜ਼ ਅ +6। ਹੁਣ ਅਸੀਂ ਕੀ ਕਰਾਂਗੇ, ਸਾਡੇ ਕੋਲ 1010 ਆ ਗਿਆ, ਦਿਸ ਇਜ਼ ਦ ਵੈਲਿਊ ਆਫ 4 binary value. Now we will add these values. Clear, how we add assigned and unsigned binary numbers in computers. Now you can see this chart. What this chart is describing, these are the positive numbers, binary, these are the decimal numbers, binary number of these all decimal numbers. But if you want to write -1, -2, -3 in computer, how can it understand? It will convert the 1 into its 2's complement. ਜਦੋਂ ਅਸੀਂ 0001 ਦਾ 2's complement ਲਵਾਂਗੇ ਤਾਂ it will be 1111. Again 2 ਦਾ complement ਲਵਾਂਗੇ ਤਾਂ it will be 1110. means 1 to 15 ਦੇ ਨੰਬਰ ਸਾਰੇ opposite ਹੋ ਜਾਣਗੇ। 15 ਦੀ ਵੈਲਿਊ -1 ਚ ਆ ਜਾਏਗੀ, 14 ਦੀ -2 ਚ, again 13, again so on in descending order. You can see this. Binary conversion of the 7 is 001 0111 and 2's complement of that number is 1001, means that is representing -1. You can see each number is representing as a 1 at its most significant bit, that represent that it is a negative number, and this is a zeros, means that represents it is a positive number. Now again I have taken an example of -5 plus 3, resultant will be -2. How can you describe? Take the binary of 5, take the 1's complement of 5 and then 2's complement of that number, it will be 1011. Now you can add these values, 1011 plus the binary number of 3, and this is the resultant. Clear, that is 110. 1 represent it is a negative number. Now again, now many conditions occurs there whenever we want to add or subtract two numbers. 8 conditions for signed magnitude addition and subtraction. You can see these are the probabilities that can occur if we are inputting two numbers into the computer for addition or subtraction. Now plus a plus b दोनों पॉजिटिव नंबर है, ਅਸੀਂ addition perform ਕਰਨੀ ਹੈ, simple addition ਹੋ ਜਾਏਗੀ, ਸਾਨੂੰ ਕੋਈ 2's complement ਨਹੀਂ ਲੈਣਾ, ਅਸੀਂ ਕੋਈ ਉਹਨੂੰ ਵੈਲਿਊ ਨੂੰ ਚੈੱਕ ਨਹੀਂ ਕਰਨਾ, ਕੋਈ ਅਸੀਂ ਇਹ ਨਹੀਂ ਦੇਖਣਾ ਕਿ ਕਿਹੜੀ ਵੈਲਿਊ ਬੜੀ ਹੈ ਕਿਹੜੀ ਛੋਟੀ ਹੈ ਜਾਂ ਇਕੁਅਲ ਟੂ ਹੈ, ਬਿਕੋਜ਼ both are positive. Now see second condition, if one value is positive and second value is negative, then we have to check ਕਿ ਕਿਹੜਾ ਨੰਬਰ ਬੜਾ ਹੈਗਾ, then a greater than b, ਜੇ a b ਨਾਲੋਂ ਬੜਾ ਫਿਰ ਅਸੀਂ ਕੀ ਕਰਾਂਗੇ, ਮੀਨ ਜਦੋਂ ਅਸੀਂ ਐਲਗੋਰਿਦਮ ਬਣਾਉਂਦੇ ਹਾਂ, ਜਦੋਂ ਅਸੀਂ ਇਹਨੂੰ ਕੰਮ ਕਰਦੇ ਹਾਂ ਕੰਪਿਊਟਰ ਦੇ ਵਿੱਚ, ਹਾਰਡਵੇਅਰ ਦੇ ਵਿੱਚ, ਅਸੀਂ ਇਹਦੇ ਇੱਦਾਂ ਦੀ ਹੀ ਪ੍ਰੋਗਰਾਮਿੰਗ ਕਰ ਦਿੰਦੇ ਹਾਂ ਕਿ ਜਦੋਂ ਦੋਨਾਂ ਵਿੱਚੋਂ ਕੋਈ ਇੱਕ ਨੰਬਰ ਨੈਗੇਟਿਵ ਆ ਗਿਆ, ਦੈਨ ਇਫ ਕੰਡੀਸ਼ਨ ਇਜ਼ ਦੇਅਰ ਕਿ ਅਸੀਂ ਵੀ ਹੈਵ ਟੂ ਚੈੱਕ ਕਿ a ਦੀ ਵੈਲਿਊ ਗ੍ਰੇਟਰ ਦੈਨ ਹੈ ਜਾਂ b ਦੀ ਵੈਲਿਊ ਗ੍ਰੇਟਰ ਦੈਨ ਹੈ। ਜੇ a ਦੀ ਵੈਲਿਊ ਗ੍ਰੇਟਰ ਦੈਨ ਹੈ ਫਿਰ ਅਸੀਂ a ਚੋਂ b ਨੂੰ ਘਟਾਉਣਾ ਹੈ, ਸਿੰਪਲੀ ਜੇ a ਇਜ਼ ਲੈਸ ਦੈਨ b ਹੈ ਫਿਰ b ਚੋਂ a ਨੂੰ ਘਟਾਉਣਾ ਹੈ, ਅਗੇਨ ਇਕੁਅਲ ਟੂ ਹੈ ਦੈਨ ਯੂ ਕੈਨ ਅਪਲਾਈ a ਮਾਈਨਸ b। ਕਲੀਅਰ, ਅਗੇਨ ਸੇਮ ਕੰਡੀਸ਼ਨ ਇਜ਼ ਦੇਅਰ, ਜੇ a ਨੈਗੇਟਿਵ ਹੈ ਤਾਂ b ਪੋਜ਼ੀਟਿਵ ਹੈ, ਅਸੀਂ ਸੇਮ ਕੰਡੀਸ਼ਨਸ ਚੈੱਕ ਕਰਨੀ ਹੈ ਅਤੇ ਸੇਮ ਅਕੋਰਡਿੰਗਲੀ ਉਹਨਾਂ ਦੇ ਸਾਈਨਸ ਡਿਸਕਰਾਈਬ ਕਰ ਦੇਣੇ ਆ। ਠੀਕ ਹੈ, ਨੈਕਸਟ ਇਜ਼ ਅਗੇਨ ਬੋਥ ਆਰ ਨੈਗੇਟਿਵ, ਜੇ ਦੋਨਾਂ ਦਾ ਸਾਈਨ ਸੇਮ ਹੈ ਫਿਰ ਅਸੀਂ ਕੋਈ ਕੰਡੀਸ਼ਨ ਚੈੱਕ ਨਹੀਂ ਕਰਨੀ, ਅਸੀਂ ਫਿਰ ਕੀ ਕਰਾਂਗੇ, ਮਾਈਨਸ ਲਗਾ ਕੇ ਦੋਨਾਂ ਨੂੰ ਐਡ ਕਰ ਦਾਂਗੇ ਜੋ ਅਸੀਂ ਆਪਣੇ ਨੋਰਮਲ ਟਰਮਸ ਦੇ ਵਿੱਚ ਕਰਦੇ ਹਾਂ। ਨਾਓ ਬੋਥ ਆਰ ਪੋਜ਼ੀਟਿਵ
and we have to do subtraction. I can give you an example. Suppose ਇੱਥੇ 2 - 5 ਹੈ, ਉਦੋਂ ਅਸੀਂ ਕੀ ਕਰਾਂਗੇ? Obvious ਜੀ ਗੱਲ ਹੈ, ਫਿਰ ਅਸੀਂ ਚੈੱਕ ਕਰਾਂਗੇ ਕਿ which number is greater. So again conditions are there, we have to check ਕਿ ਕਿਹੜੀ ਵੈਲਿਊ ਬੜੀ ਹੈ, ਕਿਹੜੀ ਵੈਲਿਊ ਛੋਟੀ ਹੈ, ਤੇ ਉਸ ਹਿਸਾਬ ਦੇ ਨਾਲ ਅਸੀਂ ਆਪਣਾ ਫੰਕਸ਼ਨ ਪਰਫਾਰਮ ਕਰਾਂਗੇ. ਅਗੇਨ ਇਹ ਹੁਣ ਦੇਖੋ, ਇਹ ਕੰਡੀਸ਼ਨ ਅਸੀਂ ਸਬਟਰੈਕਸ਼ਨ ਕਰਨੀ ਹੈ ਐਂਡ ਵਨ ਨੰਬਰ ਇਜ਼ ਨੈਗੇਟਿਵ, ਮੀਨਸ ਇਟ ਵਿਲ ਕਨਵਰਟ ਇਨਟੂ ਪੋਜ਼ਿਟਿਵ ਨੰਬਰਸ. ਫਿਰ ਅਸੀਂ ਕੋਈ ਚੈੱਕ ਨਹੀਂ ਕਰਨਾ, ਨੋ ਕੰਡੀਸ਼ਨ ਇਜ਼ ਚੈੱਕਡ, ਸਿੰਪਲੀ ਦੋਨਾਂ ਨੂੰ ਐਡ ਕਰ ਦੇਣਾ ਐਂਡ a ਵਾਲਾ ਸਾਈਨ ਅਸੀਂ ਲਗਾ ਦੇਣਾ. ਅਗੇਨ -a -b ਸੇਮ ਕੰਡੀਸ਼ਨ ਇਜ਼ ਦੇਅਰ, ਇੱਕ ਨੰਬਰ ਨੈਗੇਟਿਵ ਹੈ ਐਂਡ ਅਸੀਂ ਮਾਈਨਸ ਪਰਫਾਰਮ ਕਰਨੀ ਹੈ, ਸਬਟਰੈਕਸ਼ਨ ਕਰਨੀ ਹੈ, ਸੇਮ ਕੰਡੀਸ਼ਨ ਅਪਲਾਈਜ਼ ਹੇਅਰ. ਅਸੀਂ ਮੀਨਸ ਕੋਈ ਵੀ ਚੈੱਕ ਨਹੀਂ ਕਰਨਾ, ਕੋਈ ਕੰਡੀਸ਼ਨ ਚੈੱਕ ਨਹੀਂ ਲਗਾਉਣਾ. ਅਗੇਨ ਫਿਰ ਜੇ -a ਹੈ, ਦੋਨੋਂ ਨੈਗੇਟਿਵ ਹੈ ਔਰ ਸਬਟਰੈਕਸ਼ਨ ਪਰਫਾਰਮ ਕਰਨੀ ਹੈ, then again we have to check these all values. ਮੀਨਸ ਦੈਟ ਅਸੀਂ ਜਦੋਂ ਐਲਗੋਰਿਦਮ ਬਣਾਉਂਦੇ ਹਾਂ, ਅਸੀਂ ਇਹ ਸਾਰੀਆਂ ਕੰਡੀਸ਼ਨਸ ਆਪਣੇ ਮਾਈਂਡ ਵਿੱਚ ਲੈ ਕੇ ਚੱਲਦੇ ਹਾਂ. ਕੰਪਿਊਟਰ ਦੇ ਹਾਰਡਵੇਅਰ ਵਿੱਚ ਅਸੀਂ ਇਹ ਸਾਰਾ ਕੁਝ ਕਰ ਦਿੰਦੇ ਹਾਂ ਕਿ ਜੇ ਆਹ ਕੰਡੀਸ਼ਨਸ ਆਉਂਦੀਆਂ ਤਾਂ ਅਸੀਂ ਕਿਸ ਕੈਲਕੂਲੇਸ਼ਨ ਦੇ ਨਾਲ ਉਹਨੂੰ ਐਡ ਕਰਨਾ ਹੈ, ਕਿਸ ਤਰ੍ਹਾਂ ਉਹਨੂੰ ਸਬਟਰੈਕਸ਼ਨ ਕਰਨਾ ਹੈ. ਸੋ ਇਹ ਜਿਹੜੇ ਐਲਗੋਰਿਦਮ ਹੁੰਦੇ ਨੇ, ਆਹ ਕੰਡੀਸ਼ਨਸ ਲਗਾਉਣ ਤੋਂ ਬਾਅਦ ਸਾਨੂੰ ਤਾਂ ਹੀ ਰਿਜ਼ਲਟ ਡਿਸਪਲੇ ਹੁੰਦਾ. ਮੈਂ ਤੁਹਾਨੂੰ ਪਹਿਲਾਂ ਕੁਛ ਨਹੀਂ ਪੁੱਛਿਆ ਸੀ ਕਿ ਜਦੋਂ ਅਸੀਂ ਕੰਪਿਊਟਰ ਨੂੰ ਦੋ ਵੈਲਿਊਜ਼ ਅਪਲਾਈ ਕਰ ਦਿੰਦੇ ਹਾਂ, ਹਾਊ ਇਟ ਡਿਸਕ੍ਰਾਈਬਸ ਆ ਰਿਜ਼ਲਟ, ਹਾਊ ਇਟ ਡਿਸਪਲੇਜ਼ ਆ ਰਿਜ਼ਲਟ. ਮੀਨਸ ਆਹ ਸਾਰੇ ਐਲਗੋਰਿਦਮ ਉਹਦੀ ਬੈਕਗਰਾਊਂਡ 'ਤੇ ਕੰਮ ਕਰ ਰਹੇ ਨੇ. ਇਟ ਚੈੱਕਸ the greater numbers and what have to perform addition, subtraction, and accordingly computer performs that all functions. Clear? Now next is example of adding two magnitudes when the result is the sign of the both operation. Again ਅਸੀਂ ਹੁਣੀ ਆਹੀ condition discuss ਕੀਤੀ ਸੀ, ਜੇ ਸਾਡੇ ਕੋਲ ਦੋਨੋਂ positive number ਹੈ, ਸਾਡਾ positive sign ਆਏਗਾ, ਅਸੀਂ ਦੋਨਾਂ ਨੂੰ simply add ਕਰ ਦੇਣਾ ਤੇ 0 last most significant bit that represent that it is a positive number. Now subtraction ਕਰਨ ਲਈ ਅਸੀਂ ਕੰਪਿਊਟਰ ਦੇ ਵਿੱਚ ਕੀ ਸਾਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੰਪਿਊਟਰ ਦੇ ਵਿੱਚ ਕੀ ਹੋਣਾ ਚਾਹੀਦਾ ਹੈ. ਸਭ ਤੋਂ ਪਹਿਲਾਂ ਤਾਂ ਬਾਈਨਰੀ ਐਡੀਸ਼ਨ ਐਂਡ ਸਬਟਰੈਕਸ਼ਨ ਜੋ ਅਸੀਂ ਹੁਣੀ ਕਰ ਰਹੇ ਹਾਂ, ਉਸ ਤੋਂ ਬਾਅਦ ਸਬਟਰੈਕਸ਼ਨ ਸਰਕਟਸ ਹੋਣੇ ਚਾਹੀਦੇ ਹੈ, ਫਿਰ ਇਨਕਰੀਮੈਂਟਰ ਐਂਡ ਡਿਕਰੀਮੈਂਟਰ ਜਿਹੜੇ ਉਸ ਹਿਸਾਬ ਦੇ ਨਾਲ ਉਹਨੂੰ ਇਨਕਰੀਮੈਂਟ ਜਾਂ ਡਿਕਰੀਮੈਂਟ ਕਰਨਗੇ. ਨਾਓ ਜਦੋਂ ਅਸੀਂ ਬਾਈਨਰੀ ਸਬਟਰੈਕਸ਼ਨ ਕਰਦੇ ਹਾਂ ਉਦੋਂ ਅਸੀਂ ਕੀ ਦੇਖਦੇ ਹਾਂ, ਹੈਵ ਪ੍ਰੀਵੀਅਸਲੀ ਲੁਕਡ ਐਟ ਦ ਸਬਟਰੈਕਸ਼ਨ ਆਪਰੇਸ਼ਨ. ਅ ਕੁਇਕ ਰਿਵਿਊ ਵੀ ਵਿਲ ਹੈਵ ਜਸਟ ਟੇਕਨ ਹੇਅਰ. ਜਸਟ ਲਾਈਕ ਸਬਟਰੈਕਸ਼ਨ ਇਜ਼ ਐਨੀ ਅਦਰ ਬੇਸ, ਲਾਈਕ ਅਸੀਂ ਕੀ ਲੈ ਲਿਆ, ਮਾਈਨਿਊਟ ਲੈ ਲਿਆ, ਸਬਟਰਹੈਂਡ ਲੈ ਲਿਆ, ਦੈਨ ਡਿਫਰੈਂਸ ਇਜ਼ ਦੇਅਰ. ਹੁਣ ਅਗੇਨ ਸੀ ਦ ਨੈਕਸਟ ਕੰਡੀਸ਼ਨ, ਜਦੋਂ ਸਾਡੇ ਕੋਲ ਬੋਰੋ ਦੀ ਲੋੜ ਪੈਂਦੀ ਹੈ ਉਸ ਟਾਈਮ 'ਤੇ ਅਸੀਂ ਸਬਟਰੈਕਸ਼ਨ ਦੇ ਵਿੱਚ ਕੀ ਕਰਦੇ ਹਾਂ, ਜਦੋਂ ਸਾਨੂੰ ਬੋਰੋ ਕਰਨਾ ਪੈਂਦਾ ਹੈ ਉਸ ਟਾਈਮ 'ਤੇ ਅਸੀਂ ਕੀ ਕਰਦੇ ਹਾਂ, ਐਡ. ਐਂਡ ਵੈਨ ਅ ਬੋਰੋ ਇਜ਼ ਨੀਡਿਡ, ਨੋਟ ਦੈਟ ਦਾ ਬੋਰੋ ਗਿਵਸ ਅਸ 2 ਇਨ ਦ ਕਰੰਟ ਬਿਟ ਪੋਜੀਸ਼ਨ. ਹੁਣ ਜੇ ਸਾਡੇ ਕੋਲ ਇੱਦਾਂ ਦੀ ਕੋਈ ਕੰਡੀਸ਼ਨ ਆਉਂਦੀ ਹੈ, ਅਸੀਂ 0 ਤੋਂ 1 ਮਾਈਨਸ ਕਰਨਾ ਹੈ, ਉਸ ਟਾਈਮ 'ਤੇ ਕੰਪਿਊਟਰ ਕੀ ਕਰਦਾ ਹੈ, ਇਸ 1 ਨੂੰ ਲੈ ਕੇ ਇੱਧਰ ਬੋਰੋ ਦਿੰਦਾ ਹੈ ਤੇ borrow gives value of 2, means 2 minus 1 is equal to 1, that is 5 minus 3 is equal to 2. Clear? Yeah, minus 3 plus 5 ਅਸੀਂ ਕਰ ਸਕਦੇ ਹਾਂ, that gives us the value. Clear? ਜਦੋਂ ਅਸੀਂ borrow ਲੈਨੇ ਹਾਂ then it gives the value of 2. Now negating a number, that means toggle all bits when needed and then add 1, means what is negating, means again taking 2's complement. Negating means toggle all bits and then add 1 in the resultant. Again I have just shown you the chart, means a binary conversion, taken the 1's complement of that numbers and then plus 1 and it gives us negative values. ਅਸੀਂ ਇਹੀ ਟੇਬਲ ਪਿੱਛੇ ਹੁਣੀ ਦੇਖਿਆ ਸੀ, ਉਹਨੂੰ ਅਸੀਂ ਦੂਸਰੀ ਫਾਰਮ 'ਚ ਬਣਾਇਆ ਕਿ ਜੇ ਅਸੀਂ ਬਾਈਨਰੀ ਨੰਬਰ ਲੈਣੇ ਆ ਉਹਦੇ ਡੈਸੀਮਲ ਨੰਬਰਸ ਹਨ ਤੇ ਅਸੀਂ ਉਹਦਾ 1's complement ਲਿਆ, ਮੀਨਸ ਇਨਵਰਟ ਕੀਤਾ ਹਰ ਇੱਕ ਬਿਟ ਨੂੰ, ਜੋ ਅਸੀਂ ਹੁਣੀ ਪੜ੍ਹਿਆ ਸੀ ਕਿ ਇਨਵਰਟ ਦਾ ਬਿਟਸ ਐਂਡ ਦੈਨ ਐਡ 1s, ਐਡ 1 ਕਰਕੇ ਜੋ ਸਾਡੇ ਕੋਲ ਵੈਲਿਊ ਆ ਗਈ, ਮੀਨਸ ਅਸੀਂ ਨਿਗੇਟ ਕਰਤਾ ਵੈਲਿਊਜ਼ ਨੂੰ, ਅਸੀਂ ਉਹਦਾ 2's complement ਲੈ ਲਿਆ. ਜਦੋਂ ਅਸੀਂ ਇਹ ਚੀਜ਼ ਕਰਦੇ ਹਾਂ ਤਾਂ ਸਾਡੇ ਕੋਲ ਕਿਹੜੇ ਨੰਬਰਸ ਆ ਜਾਂਦੇ ਆ, ਦੈਟ ਆਰ ਕਾਲਡ ਐਜ਼ ਨੈਗੇਟਿਵ ਨੰਬਰਸ. ਕਲੀਅਰ? ਨਾਓ ਅਗੇਨ ਅਸੀਂ ਕਿੱਥੋਂ ਤੱਕ ਕੀਤੇ ਸੀ, 7. ਅਗੇਨ ਹੁਣ -7 -6 ਜੇ ਅਸੀਂ ਉਲਟਾ ਕਰੀਏ, again these are the negative numbers, ਉਹਦਾ conversion and plus 1 again positive numbers. Clear? Now signed magnitude number, ਹੁਣ ਅਸੀਂ signed magnitude number ਹੀ ਸਾਰੇ ਪੜ੍ਹ ਰਹੇ ਹਾਂ. Again I have describing a signed magnitude number Z can be represented as a sign AS and A, where AS is the sign of Z and A is the magnitude of Z. Clear? ਹੁਣ ਅਸੀਂ ਇਹਨੂੰ ਡਿਟੇਲ 'ਚ ਪੜ੍ਹਾਂਗੇ how we do this. The leftmost position AS is the sign bit. ਹੁਣੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ leftmost best bit ਹੁੰਦੀ ਹੈ ਉਹ sign ਹੁੰਦੀ ਹੈ. The sign bit is either positive or a negative. ਜੇ 1 ਹੈ ਤਾਂ negative, ਜੇ 0 ਹੈ ਤਾਂ positive. Now subtraction can be implemented by specific hardware and negating the subtrahend. Now hardware requirements.
ਹੁਣ ਅਸੀਂ ਸਾਰਾ ਕੁਝ ਪੜ੍ਹ ਲਿਆ ਕਿ ਅਸੀਂ 2's ਕੰਪਲੀਮੈਂਟ ਲੈਣਾ ਹੈ, ਐਡ ਕਰਨਾ ਹੈ, ਨੰਬਰ ਨੂੰ ਬਾਈਨਰੀ 'ਚ ਕਨਵਰਟ ਕਰਨਾ ਹੈ, ਸਾਰਾ ਕੁਝ। ਹੁਣ ਯੂ ਕੈਨ ਡਿਸਕ੍ਰਾਈਬ ਕਿ ਸਾਨੂੰ ਕਿਹੜੇ ਹਾਰਡਵੇਅਰਸ ਦੀ ਜ਼ਰੂਰਤ ਪੈਂਦੀ ਹੈ ਜਦੋਂ ਅਸੀਂ ਕੰਪਿਊਟਰ ਨੂੰ ਐਡ ਜਾਂ ਸਬਟਰੈਕਟ ਕਰਦੇ ਹਾਂ। ਫਸਟ ਆਫ ਆਲ ਦ ਰਜਿਸਟਰਸ ਆਰ ਰਿਕੁਆਇਰਡ। ਰਜਿਸਟਰਸ ਕੀ ਹੁੰਦੇ ਨੇ, ਤੁਹਾਨੂੰ ਫਸਟ ਲੈਕਚਰ ਦੇ ਵਿੱਚ ਹੀ ਦੱਸਿਆ ਗਿਆ ਸੀ। ਰਜਿਸਟਰਸ ਪ੍ਰੋਸੈਸਰ ਦੇ ਵਿੱਚ ਹੁੰਦੇ ਆ। ਸਾਡੇ ਕੋਲ 8 ਜਾਂ ਹੋਰ ਜ਼ਿਆਦਾ ਰਜਿਸਟਰਸ ਵੀ ਹੋ ਸਕਦੇ ਆ। ਰਜਿਸਟਰ ਦੀ ਲੋੜ ਸਾਨੂੰ ਕਿਉਂ ਪੈਂਦੀ ਹੈ? these are called as a temporary memory of the processor। ਜਦੋਂ ਅਸੀਂ ਕੰਪਿਊਟਰ ਨੂੰ ਕੋਈ ਨੰਬਰ ਸਪਲਾਈ ਕਰਦੇ ਹਾਂ ਤਾਂ ਕੰਪਿਊਟਰ ਮੈਕਸਿਮਮ ਕੋਸ਼ਿਸ਼ ਕਰਦਾ ਹੈ ਕਿ ਉਹ CPU ਦੇ ਵਿੱਚ ਹੀ ਨੰਬਰ ਨੂੰ ਸਟੋਰ ਕਰਕੇ ਰੱਖੇ, ਪ੍ਰੋਸੈਸਰ ਦੇ ਵਿੱਚ ਹੀ ਨੰਬਰਸ ਹਨ, ਉਹਨੂੰ ਬਾਰ-ਬਾਰ ਮੈਮਰੀ ਦੇ ਵਿੱਚ ਜਾਣਾ ਆਣਾ ਨਾ ਪਵੇ। ਸੋ ਰਜਿਸਟਰਸ ਦੇ ਵਿੱਚ ਉਹ ਵੈਲਿਊ ਨੂੰ ਸਟੋਰ ਕਰਕੇ ਉਹਦੇ ਉੱਤੇ ਫਿਰ ਆਪਰੇਸ਼ਨ ਪਰਫਾਰਮ ਕਰਦਾ ਹੈ। ਜਦੋਂ ਅਸੀਂ ਸਪੋਜ਼ 5 - 6 ਨੂੰ ਪਲੱਸ ਕਰਨਾ ਜਾਂ ਸਬਟਰੈਕਟ ਕਰਨਾ, ਵੀ ਆਰ ਹੈਵਿੰਗ 2 ਨੰਬਰਸ। ਹੁਣ ਅਸੀਂ ਉਹਨਾਂ ਨੂੰ ਜੇ ਪਲੱਸ ਕਰਾਂਗੇ ਤਾਂ ਦੋਨੋਂ ਨੰਬਰ ਪਹਿਲਾਂ ਪ੍ਰੋਸੈਸਰ ਦੇ ਰਜਿਸਟਰ ਦੇ ਵਿੱਚ ਜਾਣਗੇ। ਓਬਵੀਅਸਲੀ ਗੱਲ ਹੈ, ਸਾਨੂੰ ਕਿੰਨੇ ਰਜਿਸਟਰ ਚਾਹੀਦੇ ਹੋਣਗੇ? 2 ਰਜਿਸਟਰਸ ਜਿਹੜਾ A ਤੇ B ਨੂੰ ਸਟੋਰ ਕਰਨ। ਤੇ ਹੁਣ ਰਿਜ਼ਲਟ ਕਿੱਥੇ ਸਟੋਰ ਹੋਏਗਾ? 3rd ਰਜਿਸਟਰ। ਅਸੀਂ 3rd ਰਜਿਸਟਰ ਯੂਜ਼ ਨਹੀਂ ਕਰਾਂਗੇ। ਅਸੀਂ ਓਬਵੀਅਸਲੀ ਇੱਦਾਂ ਦੀ ਮੈਨੂਫੈਕਚਰਿੰਗ ਕਰਦੇ ਹਾਂ ਕਿ ਅਸੀਂ ਮਿਨੀਮਮ ਨੰਬਰ ਆਫ ਰਜਿਸਟਰ ਦਾ ਯੂਜ਼ ਕਰੀਏ ਤਾਂ ਕਿ ਕੰਪਿਊਟਰ ਦੀ ਐਫੀਸ਼ੀਐਂਸੀ ਨੂੰ ਵਧਾਇਆ ਜਾ ਸਕੇ। ਉਸ ਲਈ ਅਸੀਂ ਕੀ ਕਰਾਂਗੇ, A ਜਾਂ B ਵਾਲੇ ਰਜਿਸਟਰ ਦੇ ਵਿੱਚ ਹੀ ਰਿਜ਼ਲਟ ਸਟੋਰ ਕਰਕੇ ਉਹਨੂੰ ਡਿਸਕ੍ਰਾਈਬ ਕਰ ਦਾਂਗੇ ਕਿ ਅਸੀਂ ਰਿਜ਼ਲਟ A ਦੇ ਵਿੱਚ ਪਾ ਦਿੱਤਾ। ਹੋਰ ਸਾਨੂੰ ਕੀ ਚਾਹੀਦਾ ਹੈ? ਵਨ ਇਜ਼ ਕੰਪਲੀਮੈਂਟਰ, ਜਿਹੜਾ ਕੰਪਲੀਮੈਂਟ ਲਏਗਾ, ਬਿਟਸ ਦਾ ਇਨਵਰਟ ਕਰੇਗਾ। then again parallel adder। parallel adder means ਜਿਹੜਾ ਬਿਟਸ ਨੂੰ parallelly ਐਡ ਕਰੇਗਾ। now E flip flop, can you tell ਕਿ E flip flop ਸਾਨੂੰ ਕਿਉਂ ਚਾਹੀਦਾ ਹੋਏਗਾ? E flip flop is required to store carry। ਜਦੋਂ ਸਾਡੇ ਕੋਲ ਕੈਰੀ ਅਕਰ ਹੋ ਜਾਂਦੀ ਹੈ, ਹੁਣ ਕੈਰੀ ਅਕਰ ਹੋ ਗਈ, ਉਹ 1 ਬਿਟ ਦੀ ਹੀ ਹੋਏਗੀ ਤੇ ਅਸੀਂ ਉਹ 1 ਬਿਟ ਨੂੰ E flip flop ਨੂੰ ਅਸੀਂ E ਦਾ ਨਾਮ ਦੇ ਦਿੱਤਾ। ਅਸੀਂ ਉਹਦੇ ਵਿੱਚ ਸਟੋਰ ਕਰਕੇ ਉਹਨੂੰ ਨੈਕਸਟ ਟਾਈਮ ਉਹਦੇ ਵਿੱਚ ਬਾਕੀ ਬਿਟਸ ਦੇ ਵਿੱਚ parallel adder ਦੇ ਥਰੂ ਐਡ ਕਰ ਸਕਦੇ ਹਾਂ। ਕਲੀਅਰ? now look at this diagram। ਫਸਟ ਆਫ ਆਲ ਯੂ ਆਰ ਹੈਵਿੰਗ 2 ਰਜਿਸਟਰਸ। ਸਿੱਧੀ ਜੀ ਗੱਲ ਹੈ, ਤੁਹਾਨੂੰ ਹੁਣੀ ਦੱਸਿਆ ਸੀ ਕਿ ਅਸੀਂ 2 ਨੰਬਰ ਜੇ ਐਡ ਕਰਨੇ ਆ ਤਾਂ ਸਾਨੂੰ ਕਿੰਨੇ ਰਜਿਸਟਰਸ ਚਾਹੀਦੇ ਆ। ਅਸੀਂ 2 ਰਜਿਸਟਰ ਲਗਾ ਦਿੱਤੇ, A ਰਜਿਸਟਰ ਤੇ B ਰਜਿਸਟਰ। ਇੱਕ ਨੰਬਰ ਅਸੀਂ A ਨੂੰ ਦੇ ਦਿੱਤਾ, ਇੱਕ B 'ਚ ਪਾ ਦਿੱਤਾ। ਨਾਓ ਕੰਪਲੀਮੈਂਟਰ, ਜੇ ਸਾਡਾ B ਰਜਿਸਟਰ ਨੈਗੇਟਿਵ ਹੈ ਇਹਦੀ ਵੈਲਿਊ, ਤਾਂ ਅਸੀਂ ਉਹਨੂੰ ਕੀ ਕਰਾਂਗੇ? ਕੰਪਲੀਮੈਂਟਰ ਲਵਾਂਗੇ। ਕੰਪਲੀਮੈਂਟ ਲੈ ਕੇ ਐਡੀਸ਼ਨ ਪਰਫਾਰਮ ਕਰਾਂਗੇ। ਜਿਹੜਾ ਐਡੀਸ਼ਨ ਕਰੇਗਾ +1 ਵੀ ਇਹਦੇ ਵਿੱਚ ਹੀ ਪਰਫਾਰਮ ਹੋ ਜਾਏਗਾ। ਦੈਨ ਅਸੀਂ ਕੀ ਕਰਾਂਗੇ? ਉਹਨਾਂ ਨੂੰ ਐਡ ਕਰਕੇ ਫਿਰ B ਦੇ ਵਿੱਚ ਉਹਦਾ ਰਿਜ਼ਲਟ ਸਟੋਰ ਕਰਕੇ then we will add the bits of B register into A registers and E will store what? ਜਦੋਂ ਅਸੀਂ ਪੈਰਲਲੀ ਐਡ ਕਰ ਰਹੇ ਹਾਂ, ਆਪਰੇਸ਼ਨ ਪਰਫਾਰਮ ਕਰ ਰਹੇ ਹਾਂ, ਉਸ ਟਾਈਮ ਤੇ ਹੀ ਕੈਰੀ ਅਕਰ ਹੋ ਸਕਦੀ ਹੈ। ਸੋ ਇਹਦੇ ਨਾਲ ਅਸੀਂ ਕੀ ਕਰਦੇ ਹਾਂ? ਇੱਕ E flip flop ਅਟੈਚ ਕਰ ਦਿੰਦੇ ਹਾਂ ਕਿ ਜੇ ਕੈਰੀ ਅਕਰ ਹੋ ਗਈ ਤਾਂ ਅਸੀਂ ਉਹਨੂੰ E flip flop 'ਚ ਰੱਖਣਾ ਹੈ। ਜੇ ਓਵਰਫਲੋ ਅਕਰ ਹੋ ਗਿਆ ਅਸੀਂ ਉਹਨੂੰ ਓਵਰਫਲੋ ਦੇ ਵਿੱਚ ਪਾਣਾ ਹੈ। now BS and AS is representing the sign of the numbers। ਮੀਨਸ A ਰਜਿਸਟਰ ਦਾ ਵਿੱਚ ਜਿਹੜਾ ਨੰਬਰ ਪਿਆ ਉਹਦਾ ਕੀ ਸਾਈਨ ਹੈ, B ਰਜਿਸਟਰ 'ਚ ਜਿਹੜਾ ਵੈਲਿਊ ਪਈ ਹੈ ਉਹਦਾ ਕੀ ਸਾਈਨ ਹੈ, ਪੋਜ਼ੀਟਿਵ ਹੈ ਜਾਂ ਨੈਗੇਟਿਵ ਹੈ, ਉਹ ਸਾਨੂੰ ਇਹਨਾਂ ਤੋਂ ਪਤਾ ਲੱਗੇਗਾ। ਠੀਕ ਹੈ, ਅਸੀਂ ਇਨਪੁਟ ਕੈਰੀ ਅਪਲਾਈ ਕਰ ਦਿੰਦੇ ਹਾਂ। ਐਂਡ ਲੋਡ ਸਮ ਮੀਨਸ ਜਿਹੜੀ ਸਾਡਾ ਰਿਜ਼ਲਟ ਸਟੋਰ ਕੀਤਾ ਹੈ ਉਹ ਇਹ ਡਾਇਗਰਾਮ ਡਿਸਕ੍ਰਾਈਬ ਕਰ ਰਹੀ ਹੈ ਕਿ ਅਸੀਂ A ਰਜਿਸਟਰ ਦੇ ਵਿੱਚ ਪਾ ਦਿੱਤਾ, A + B ਨੂੰ ਐਡ ਕੀਤਾ ਤੇ ਰਿਜ਼ਲਟ ਸਾਡਾ A ਰਜਿਸਟਰ ਦੇ ਵਿੱਚ ਜਾ ਕੇ ਸਟੋਰ ਹੋ ਗਿਆ। ਨਾਓ ਨੈਕਸਟ ਅਗੇਨ ਦ ਡਿਸਕ੍ਰਿਪਸ਼ਨ ਆਫ ਦ ਸੇਮ ਡਾਇਗਰਾਮ। AS is the sign of A, means AS is the sign of A। BS is the sign of B, means BS is the sign of B। Again AS and A accumulator, means ਅਸੀਂ ਇਹਨੂੰ accumulator ਦੀ ਤਰ੍ਹਾਂ ਹੀ ਪਰਫਾਰਮ ਕਰਾ ਲਿਆ ਤਾਂ ਕਿ ਇਹਦੇ ਵਿੱਚ ਹੀ ਅਸੀਂ ਰਿਜ਼ਲਟ ਨੂੰ ਸਟੋਰ ਕਰ ਸਕੀਏ। ਨਾਓ ਓਵਰਫਲੋ ਬਿਟ ਫॉर A + B, ਓਵਰਫਲੋ ਅਗਰ ਹੁੰਦਾ ਹੈ ਤਾਂ A ਵੀ F ਦੇ ਵਿੱਚ ਸਟੋਰ ਕਰ ਦਾਂਗੇ। ਐਂਡ E ਆਊਟਪੁੱਟ ਕੈਰੀ ਫॉर ਪੈਰਲਲ ਐਡਰ, E is the output carry for parallel adder। This is the description of this hardware diagram। Now note that again block diagram of 2's complement, how can we take that? BR register, AC register and overflow, complementer and parallel adder। ਅਸੀਂ ਇੱਥੇ complementer and parallel adder ਅਲੱਗ-ਅਲੱਗ ਲਗਾਏ ਸੀ, ਇਹ jointly ਇਕੱਠੇ ਹੀ ਇੱਕ ਡਾਇਗਰਾਮ ਦੇ ਵਿੱਚ ਆਪਰੇਸ਼ਨ ਪਰਫਾਰਮ ਕਰ ਸਕਦੇ ਹਨ। Now ਜੇ ਅਸੀਂ ਸਬਟਰੈਕਸ਼ਨ ਕਰਨੀ ਹੈ ਜਾਂ ਐਡੀਸ਼ਨ ਕਰਨੀ ਹੈ ਕੀ ਹੁੰਦਾ ਹੈ, ਹੁਣ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਕਿ ਅਸੀਂ ਕਿਵੇਂ ਡਾਇਗਰਾਮ ਬਣਾ ਕੇ ਕਿਵੇਂ ਚੱਲਦੇ ਹਾਂ। ਸਪੋਜ਼ ਕਰੋ ਜੇ ਅਸੀਂ ਐਡੀਸ਼ਨ ਕਰਨੀ ਹੈ, ਅਸੀਂ 2 ਨੰਬਰ ਲੈ ਲਏ, ਇੱਕ AC ਰਜਿਸਟਰ 'ਚ ਪਾ ਲਿਆ, ਅਕਮੂਲੇਟਰ 'ਚ ਪਾ ਲਿਆ, ਇੱਕ ਆਪਣੇ ਬੇਸ ਰਜਿਸਟਰ ਦੇ ਵਿੱਚ ਵੈਲਿਊ ਨੂੰ ਪਾ ਲਿਆ, ਦੋਨਾਂ ਨੂੰ ਐਡ ਕੀਤਾ, ਅਕਮੂਲੇਟਰ ਦੇ ਵਿੱਚ ਰਿਜ਼ਲਟ ਨੂੰ ਸਟੋਰ ਕਰਾਇਆ। ਮੀਨਸ ਜੋ ਵੈਲਿਊ ਅਸੀਂ A 'ਚ ਪਾਈ ਸੀ ਉਹਨੂੰ ਅਸੀਂ ਓਵਰਰਾਈਟ ਕਰ ਦਿੱਤਾ। ਨਾਓ ਓਵਰਫਲੋ ਅਸੀਂ AVF ਜਾਂ V ਰਜਿਸਟਰ ਕੋਈ ਵੀ ਨਾਮ ਦੇ ਸਕਦੇ ਹਾਂ ਉਹਦੇ ਵਿੱਚ ਸਟੋਰ ਕਰਤਾ ਐਂਡ ਦੈਨ ਐਡ। ਦਿਸ ਇਜ਼ ਸਿੰਪਲੀ ਐਡੀਸ਼ਨ। ਬਟ ਜੇ ਅਸੀਂ ਸਬਟਰੈਕਸ਼ਨ ਕਰਨੀ ਹੁੰਦੀ ਹੈ ਫਿਰ ਅਸੀਂ ਕੀ ਕਰਦੇ ਹਾਂ? ਅਸੀਂ 2's ਕੰਪਲੀਮੈਂਟ ਲੈਂਦੇ ਹਾਂ, ਉਹੀ ਅਸੀਂ ਇੱਥੇ ਕੀਤਾ ਹੈ। ਅਸੀਂ 2 ਨੰਬਰ ਸਪਲਾਈ ਕਰਤੇ ਅਕਮੂਲੇਟਰ ਐਂਡ ਬੇਸ ਰਜਿਸਟਰ ਦੇ ਵਿੱਚ,
ਅਸੀਂ ਕੀ ਕਰਾਂਗੇ, ਸੈਕਿੰਡ ਨੰਬਰ ਜਿਹੜਾ ਸਾਡਾ ਨੈਗੇਟਿਵ ਨੰਬਰ ਹੈ ਉਹਦਾ ਅਸੀਂ 2's ਕੰਪਲੀਮੈਂਟ ਲਵਾਂਗੇ। 2's ਕੰਪਲੀਮੈਂਟ ਕਿਵੇਂ ਲਵਾਂਗੇ, 1's ਕੰਪਲੀਮੈਂਟ, ਬੀ ਆਰ ਦੀ ਬਾਰ ਦਾ ਮਤਲਬ ਹੈ ਉਹਦਾ 1's ਕੰਪਲੀਮੈਂਟ ਪਲੱਸ 1 ਮੀਨਸ ਅਸੀਂ 2's ਕੰਪਲੀਮੈਂਟ ਲੈ ਕੇ ਉਹਨੂੰ ਅਕਮੂਲੇਟਰ ਦੇ ਵਿੱਚ ਐਡ ਕਰਾਂਗੇ ਐਂਡ ਓਵਰਫਲੋ ਵਿਲ ਸਟੋਰ ਇਨ V, ठीक है। then end means this is the way by which we subtract two binary numbers, this is the way by which we add two binary numbers, this is the algorithm, this can be described as this way। look at this, ਅਸੀਂ ਪੈਰਲਲੀ ਚੱਲਾਂਗੇ, ਐਡੀਸ਼ਨ ਤੇ ਸਬਟਰੈਕਸ਼ਨ ਅਸੀਂ ਪੈਰਲਲੀ ਕਰਾਂਗੇ ਦੋਨੋਂ, ਸਬਟਰੈਕਸ਼ਨ ਐਂਡ ਐਡੀਸ਼ਨ। ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਜਦੋਂ ਅਸੀਂ ਐਡੀਸ਼ਨ ਜਾਂ ਸਬਟਰੈਕਸ਼ਨ ਕਰਦੇ ਹਾਂ, ਅਸੀਂ ਦੋ ਨੰਬਰ ਕਾਪੀ ਤੇ ਲਿਖਦੇ ਹਾਂ ਜਾਂ ਕੰਪਿਊਟਰ 'ਚ ਐਂਟਰ ਕਰਦੇ ਹਾਂ। ਸਿਮਿਲਰਲੀ ਇਨਪੁਟ ਟੂ ਨੰਬਰਸ A ਐਂਡ B, ਅਸੀਂ ਦੋਨੋਂ ਨੰਬਰ ਲੈ ਲਏ। ਹੁਣ ਐਗਜ਼ੋਰ ਦਾ ਬੋਥ ਬਿਟਸ, ਅਸੀਂ ਐਗਜ਼ੋਰ ਕਰ ਲਿਆ। ਐਗਜ਼ੋਰ ਅਸੀਂ ਕਿਉਂ ਕੀਤਾ, ਟੂ ਚੈੱਕ ਦਾ